ਅੱਜ ਗੁਰਦਾਸਪੁਰ ਵਿਖੇ ਮੈਂ 32 ਵਿਲੇਜ ਡਿਫੈਂਸ ਕਮੇਟੀਜ਼ ਨਾਲ ਮੀਟਿੰਗ ਕੀਤੀ ਸੀ। ਇਸ ਤੋਂ ਪਹਿਲੇ ਪਠਾਨਕੋਟ ਦੇ ਵਿੱਚ 44 ਵਿਲੇਜ ਡਿਫੈਂਸ ਕਮੇਟੀਜ਼ ਨਾਲ ਮੀਟਿੰਗ ਕੀਤੀ ਸੀ। ਇਹ ਲਾਸਟ ਈਅਰ ਡਰੋਨ ਇੰਟਰੂਜਨਸ ਅਤੇ ਟ੍ਰਾਂਸ ਬਾਰਡਰ ਨਾਰਕੋਟਿਕ ਸਮਗਲਿੰਗ ਨੂੰ ਰੋਕਣ ਲਈ ਐਜ਼ ਅ ਸੈਕੰਡ ਲਾਈਨ ਆਫ ਡਿਫੈਂਸ ਟੂ ਐਕਟ ਐਜ਼ ਆਈਜ਼ ਐਂਡ ਈਅਰਸ ਆਫ ਦ ਸਿਕਿਉਰਿਟੀ ਫੋਰਸਸ ਇਹ ਕਮੇਟੀਆਂ ਬਣਾਈ ਗਈ ਸੀ। ਬਾਰਡਰ ਤੋਂ ਜਿਹੜੇ ਵਿਦਿਨ 5 ਕਿਲੋਮੀਟਰ ਜਿੰਨੇ ਪਿੰਡ ਲੱਗਦੇ ਹੈਗੇ ਤੇ ਇਹਨਾਂ ਨੂੰ ਅਸੀਂ ਜਿੱਥੇ ਚੰਗਾ ਕੰਮ ਇਹਨਾਂ ਨੇ ਕੀਤਾ ਉਹਨਾਂ ਨੂੰ ਇਨਕਰੇਜ ਕੀਤਾ। ਇਹਦੀ ਸਟਰਕਚਰਿੰਗ ਬਣਾਈ ਗਈ ਹੈ। ਹਰ ਵਿਲੇਜ ਦੇ ਵਿੱਚ ਇੱਕ ਪੁਲਿਸ ਅਫਸਰ ਡੈਡੀਕੇਟਡ ਅਸੀਂ ਲਾਇਆ ਜਿਸ ਨੂੰ ਵਿਲੇਜ ਪੁਲਿਸ ਆਫਿਸਰ ਡੈਜ਼ਿਗਨੇਟ ਕੀਤਾ ਗਿਆ ਹੈਗਾ ਫॉर ਥੀਸ ਬਾਰਡਰ ਵਿਲੇजेस ਤੇ ਬਾਰਡਰ ਵਿਲੇਜ ਪੁਲਿਸ ਆਫਿਸਰ ਤੇ ਵਿਲੇਜ ਡਿਫੈਂਸ ਕਮੇਟੀਜ਼ ਦੇ ਤਾਲਮੇਲ ਨਾਲ BSF ਤੇ ਪੰਜਾਬ ਪੁਲਿਸ ਨਾਲ ਸਟਰਕਚਰਡ ਇੰਟਰੈਕਸ਼ਨ ਕਰਕੇ ਇੱਕ ਡਰੋਨ ਐਮਰਜੈਂਸੀ ਰਿਸਪਾਂਸ ਪ੍ਰੋਟੋਕਾਲ ਬਾਰਡਰ ਏਰੀਆਜ਼ ਲਈ ਬਣਾਇਆ ਗਿਆ ਸੀਗਾ, ਜਿਸ ਦੇ ਵਿੱਚ ਜਦੋਂ ਕਿਤੇ ਕੋਈ ਡਰੋਨ ਐਕਟੀਵਿਟੀ ਦੇਖੀ ਜਾਂਦੀ ਹੈ ਕਿਸ ਤਰ੍ਹਾਂ ਦਾ ਰਿਸਪਾਂਸ ਹੋਣਾ ਚਾਹੀਦਾ। ਇਹਨਾਂ ਦੇ WhatsApp ਗਰੁੱਪ ਬਣਾਏ ਗਏ, ਇਹਨਾਂ ਨੂੰ ਜੈਕਟਸ ਦਿੱਤੀਆਂ ਗਈਆਂ, ਹੋਰ ਆਈਡੈਂਟੀਫਿਕੇਸ਼ਨ ਕਾਰਡਸ ਐਂਡ ਅਦਰ ਥਿੰਗਸ ਸੋ ਦੈਟ ਕੋਸ਼ਿਸ਼ ਕੀਤੀ ਗਈ ਕਿ ਵੱਧ ਤੋਂ ਵੱਧ ਐਕਸ ਸਰਵਿਸਮੈਨ ਤੇ ਦੂਜੇ ਜਿਹੜੇ ਹੈਗੇ ਫੋਰਸਿਸ ਦੇ ਰਿਟਾਇਰਡ ਆਫਿਸਰਸ ਇਹਦੇ ਵਿੱਚ ਹੋਣ। ਹੁਣ ਅੱਜ ਜਿਹੜੀ ਅਸੀਂ ਮੁਹਿੰਮ ਸ਼ੁਰੂ ਕੀਤੀ ਹੈ ਉਹ ਪੰਜਾਬ ਦੇ ਚੀਫ ਮਿਨਿਸਟਰ ਸਰਦਾਰ ਭਗਵੰਤ ਮਾਨ ਨੇ 15 ਅਗਸਤ ਨੂੰ ਐਲਾਨ ਕੀਤਾ ਹੈ ਕਿ ਅਸੀਂ 1 ਸਾਲ ਦੇ ਵਿੱਚ ਪੰਜਾਬ ਵਿੱਚੋਂ ਡਰੱਗਸ ਤੇ ਇੱਕ ਕਾਰਗਰ ਇੰਪੈਕਟ ਕਰਾਂਗੇ। तो ड्रग ਦੀ ਸਪਲਾਈ ਨੂੰ ਕੰਟਰੋਲ ਕਰਨ ਲਈ, ਡਿਮਾਂਡ ਨੂੰ ਕੰਟਰੋਲ ਕਰਨ ਲਈ ਇੱਕ ਕੰਪਰੀਹੈਂਸਿਵ ਮਲਟੀ ਪ੍ਰੋਂਗਡ ਸਟ੍ਰੈਟਜੀ ਅਡਾਪਟ ਕੀਤੀ ਗਈ ਹੈ, ਜਿਸ ਦੇ ਵਿੱਚ ਐਨਫੋਰਸਮੈਂਟ, ਡੀ ਐਡਿਕਸ਼ਨ ਤੇ ਪ੍ਰੀਵੈਂਸ਼ਨ। ਐਨਫੋਰਸਮੈਂਟ ਦੇ ਵਿੱਚ ਜਿਹੜੇ ਵੱਡੇ ਸਮਗਲਰਸ ਹੈਗੇ ਉਹਨਾਂ ਦੀ ਪ੍ਰਾਪਰਟੀ ਸੀਜ਼ਰ ਤੇ ਫੋਕਸ ਹੈ ਤੇ ਅਸੀਂ 850 ਕਿਲੋ ਤੋਂ ਵੱਧ ਹੈਰੋਇਨ ਇਸ ਸਾਲ ਰਿਕਵਰ ਕੀਤੀ ਹੈ ਤੇ ਫੋਕਸ ਇਜ਼ ਔਨ ਬਿਗ ਫਿਸ਼। ਓਵਰ 2000 ਸਮਗਲਰਸ ਹੈਵ ਬੀਨ ਅਰੈਸਟਡ ਤੇ ਇਸ ਦੇ ਨਾਲ ਜਿਹੜੇ ਪੈਡਲਰਸ ਹੈਗੇ, ਸਪਲਾਇਰਸ ਹੈਗੇ, ਜਿਹੜੇ ਪਿੰਡਾਂ ਦੇ ਵਿੱਚ ਮੁਹੱਲਿਆਂ ਦੇ ਵਿੱਚ ਜਿਹੜੇ ਡਰੱਗਸ ਨੂੰ ਸਪਲਾਈ ਕਰਦੇ ਆ ਉਹਨਾਂ ਨੂੰ ਆਈਡੈਂਟੀਫਾਈ ਕਰਕੇ ਉਹਨਾਂ ਤੇ ਨਕੇਲ ਕੱਸ ਕੇ ਉਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਜਿਹੜੇ ਡਰੱਗ ਯੂਜ਼ਰਸ ਹੈਗੇ ਉਹਨਾਂ ਨੂੰ ਅੰਡਰ ਸੈਕਸ਼ਨ 64A NDPS ਐਕਟ ਅਸੀਂ ਰੀਹੈਬਿਲਿਟੇਟ ਕਰਨ ਵੱਲ ਉਹਨਾਂ ਨੂੰ ਜੇ ਉਹ ਇੱਕ ਡੀ ਐਡਿਕਸ਼ਨ ਟ੍ਰੀਟਮੈਂਟ ਪਲਾਨ ਨੂੰ ਉਹ ਐਗਰੀ ਕਰ ਜਾਂਦੇ ਹੈ ਤੇ ਵੀ ਵਿਲ ਨਾਟ ਟ੍ਰੀਟ them as criminals। the idea is ਕਿ ਜਿਹੜਾ ਡਰੱਗ ਯੂਜ਼ਰ ਹੈ ਉਸ ਨੂੰ ਰਿਫਾਰਮ ਕੀਤਾ ਜਾਵੇ, ਰੀਹੈਬਿਲਿਟੇਟ ਕੀਤਾ ਜਾਵੇ, ਜਿਹੜਾ ਡਰੱਗ ਵੇਚ ਰਿਹਾ ਹੈ ਉਸ ਤੇ ਕਾਨੂੰਨੀ ਕਾਰਵਾਈ ਕੀਤੀ ਜਾਏ। ਸੋ ਉਹਦੇ ਲੋਕਲ ਮਹੱਲਿਆਂ ਚ ਜਾਂ ਕਿਤੇ ਹੋਰ ਕੋਈ ਮੈਂ ਜਿਵੇਂ ਗੱਲ ਕਹੀ ਸੀ, ਤੁਹਾਡਾ ਬੜਾ ਇੰਪੋਰਟੈਂਟ ਪੁਆਇੰਟ ਹੈ ਕਿ ਭਾਵੇਂ ਜਿੰਨੀ ਮਰਜ਼ੀ ਤੁਸੀਂ ਵੱਡੀ ਡਰੱਗਸ ਫੜ ਲਓ, ਕੰਸਾਈਨਮੈਂਟਸ ਫੜ ਲਓ, ਜਦੋਂ ਤੱਕ ਸਪਲਾਈ ਐਟ ਦਾ ਮੁਹੱਲਾ ਲੈਵਲ ਜਾਂ ਐਟ ਦਾ ਵਿਲੇਜ ਲੈਵਲ ਇਜ਼ ਨਾਟ ਕੰਟਰੋਲਡ ਉਦੋਂ ਤੱਕ ਆਮ ਲੋਕਾਂ ਨੂੰ ਇਸ ਦਾ ਇੰਪੈਕਟ ਨਹੀਂ ਪਤਾ ਲੱਗਦਾ। ਸੋ ਇਸ ਲਈ ਅਸੀਂ ਇੱਕ ਤੇ ਆਪਣੇ ਰਿਸੋਰਸਿਸ ਤੋਂ, ਜਿਵੇਂ ਸਾਡੇ ਕੋਲ ਇੱਕ ਪਾਇਸ ਸੌਫਟਵੇਅਰ ਹੈ ਜਿਸ ਦੇ ਵਿੱਚ ਜਦੋਂ ਵੀ ਕੋਈ ਅਰੈਸਟਡ ਹੁੰਦਾ ਹੈ, ਪ੍ਰਿਜ਼ਨਰ ਜੇਲ੍ਹ ਜਾਂਦਾ ਹੈ, ਉਸ ਦੀ ਡੇਟਾਬੇਸ ਐਂਟਰੀ ਹੁੰਦੀ ਹੈ। ਫਿਰ ਉਹਦੇ ਵਿੱਚੋਂ ਅਸੀਂ ਆਰਟੀਫੀਸ਼ੀਅਲ ਇੰਟੈਲੀਜੈਂਸ ਯੂਜ਼ ਕਰਕੇ ਕਾਲ ਆਊਟ ਕਰਕੇ ਅਸੀਂ SHOs ਨੂੰ ਲਿਸਟਾਂ ਦਿੰਦੇ ਹਾਂ ਕਿ ਤੁਹਾਡੇ ਏਰੀਏ ਦੇ ਪਿਛਲੇ 5 ਸਾਲਾਂ ਦੇ ਵਿੱਚ ਇਹ ਜਿਹੜੇ ਮੁਲਜ਼ਮ ਸੀਗੇ ਜਿਹੜੇ ਡਰੱਗ ਕੇਸਾਂ 'ਚ ਫੜੇ ਗਏ, ਦੇਰ ਇਜ਼ ਅ ਸਿਸਟਮ ਆਫ ਜੇਲ ਰਿਲੀਜ਼ਸ ਐਵਰੀ ਡੇ। ਅ ਜੇਲ ਰਿਲੀਜ਼ ਇਜ਼ ਇਸ਼ੂਡ ਕਿ ਜਿਹੜੇ ਬੰਦੇ ਰਿਲੀਜ਼ ਹੁੰਦੇ ਆ ਤਾਂ ਕਿ ਉਨ ਤੇ ਨਿਗਰਾਨੀ ਰੱਖੀ। ਇੱਕ ਤੇ ਇਹ ਫਾਰਮਲ ਕ੍ਰਿਮੀਨਲ ਸਿਸਟਮ ਹੈਗਾ। ਦੂਜਾ ਸਿਸਟਮ ਹੈਗਾ ਕਿ ਲੋਕਾਂ ਦੇ, ਦੈਟ ਇਜ਼ ਵਾਈ ਲੋਕਾਂ ਦੇ ਕੋਲ ਅਸੀਂ ਚੱਲ ਕੇ ਜਾ ਰਹੇ ਹਾਂ, ਲੋਕਾਂ ਦਾ ਸਹਿਯੋਗ ਮੰਗ ਰਹੇ ਹਾਂ ਕਿ ਲੋਕਾਂ ਨੂੰ ਪਤਾ ਹੁੰਦਾ ਹੈ ਕਿ ਇਸ ਪਿੰਡ ਦੇ ਵਿੱਚ ਆਹ 50 ਬੰਦੇ ਹੈਗੇ ਜਾਂ 30 ਬੰਦੇ ਹੈਗੇ ਜਿਹੜੇ ਡਰੱਗ ਲੈਂਦੇ ਆ, ਇਹ 5 ਬੰਦੇ ਹੈਗੇ ਜਿਹੜੇ ਡਰੱਗ ਨੂੰ ਸਪਲਾਈ ਕਰਦੇ ਆ ਜੀ। ਫਲਾ ਪੀਪਲ ਦਾ ਦਰਖਤ ਹੈ, ਉਹਦੇ ਥੱਲੇ ਸ਼ਾਮ 3 ਵਜੇ ਤੋਂ 5 ਵਜੇ ਜਾਓ ਤੇ ਡਰੱਗ ਮਿਲਦੀ ਹੈ। ਸੋ ਵੀ ਵੁੱਡ ਇਨਕਰੇਜ ਸੱਚ ਟਿਪਸ। ਅਸੀਂ ਇੱਕ ਸਟੇਟ ਲੈਵਲ ਡਰੱਗ ਹੈਲਪਲਾਈਨ ਵੀ ਸ਼ੁਰੂ ਕਰਨ ਜਾ ਰਹੇ ਹੈਗੇ ਜਿਸ ਤੇ ਐਨੋਨਿਮਿਟੀ ਰੱਖਦੇ ਹੋਏ ਡਰੱਗਸ ਬਾਰੇ ਇਨਫੋਰਮੇਸ਼ਨ ਦਿੱਤੀ ਜਾ ਸਕਦੀ ਹੈ। तो इस मुहिम ਦੇ ਵਿੱਚ ਮੈਂ ਲੋਕਾਂ ਨੂੰ ਅਪੀਲ ਕਰਾਂਗਾ ਕਿ ਉਹ ਸਾਹਮਣੇ ਆਣ, ਸਹਿਯੋਗ ਦੇਣ ਸੋ ਦੈਟ ਵੱਧ ਤੋਂ ਵੱਧ ਜਿਹੜੇ ਅਸਲ ਬੰਦੇ ਜਿਹੜੇ ਡਰੱਗਸ ਨੂੰ ਵੇਚਦੇ ਆ ਉਹਨਾਂ ਤੇ ਸ਼ਿਕੰਜਾ ਕੱਸਿਆ ਜਾ ਸਕੇ। ਸਰ, ਗੁਰਦਾਸਪੁਰ ਪੁਲਿਸ ਨੇ ਵੀ 2 ਵਾਰੀ ਵੱਡੀਆਂ ਕਨਫਾਈਨਮੈਂਟਾਂ ਫੜੀਆਂ ਨੇ 18 ਕਿਲੋ ਦੀਆਂ, ਬਟ ਦੋਨੋਂ ਜਿਹੜੀਆਂ ਸੀਗੀਆਂ ਬਾਹਰ ਦੇ ਜ਼ਿਲ੍ਹਿਆਂ ਨਾਲ ਰਿਲੇਟਡ ਸੀਗੀਆਂ, ਗੁਰਦਾਸਪੁਰ ਦੇ ਅੰਦਰ ਦੇ ਨਾਲ, ਕਿਉਂਕਿ ਗੁਰਦਾਸਪੁਰ 'ਚ ਵੀ ਵੇਖ ਰਿਹਾ ਜੀ ਗੁਰਦਾਸਪੁਰ ਦੀ ਅਜੇ ਤੱਕ ਅੰਦਰ ਦੀ ਕੋਈ ਵੀ ਵੱਡੀ ਉਪਲਬਧੀ ਜਿਹੜੀ ਉਹ ਸਾਹਮਣੇ ਨਹੀਂ ਆਈ। ਨਹੀਂ, ਦਿਸ ਆਈ ਐਗਰੀ। ਦੇਖੋ ਕੀ ਹੁੰਦਾ ਨਾ, ਜਿਹੜੀ ਡਰੱਗ ਟ੍ਰੇਡ ਹੈ ਇਹ 20-25-50 ਸਮਗਲਰ ਪਾਕਿਸਤਾਨ ਸਾਈਡ ਬੈਠੇ हैं, कुछ ਵੱਡੇ ਸਮਗਲਰ ਇਸ ਸਾਈਡ ਬੈਠੇ हैं। ਇਹਨਾਂ ਨੂੰ ਆਈਡੈਂਟੀਫਾਈ ਕਰਕੇ ਇਹਨਾਂ ਦੀ ਕਾਫੀ ਜਿਹੜਾ ਕੰਸਾਈਨਮੈਂਟਸ ਜਿਹੜੇ ਸਾਡੇ ਪੰਜਾਬ ਦੇ ਥਰੂ ਟ੍ਰਾਂਜ਼ਿਟ ਹੁੰਦੀਆਂ, ਕਾਫੀ ਕੰਸਾਈਨਮੈਂਟਸ ਇੱਥੇ ਕੰਜ਼ਿਊਮ ਹੁੰਦੀਆਂ, ਉਹ ਨੈਚੁਰਲੀ ਦੈਟ ਇਜ਼ ਇਨਫੋਰਮੇਸ਼ਨ ਬੇਸਡ। ਜੇ ਮੰਨ ਲਓ ਮੇਰੇ ਕੋਲ ਕਿਸੇ ਦਾ ਮੋਬਾਈਲ ਨੰਬਰ ਆ ਗਿਆ, ਮੈਂ ਉਸ ਤੇ ਟੈਕਨੀਕਲ ਵਰਕ ਕਰਕੇ ਉਸ ਨੂੰ ਫੜ ਲਿਆ, ਸੋ ਦਿਸ ਇਜ਼ ਮਾਈ ਡਿਊਟੀ ਐਜ਼ ਅ ਪੁਲਿਸ ਆਫਿਸਰ। ਉਹ ਕੰਮ ਤੇ ਅਸੀਂ ਕਰਾਂਗੇ ਜਿਹੜੇ ਵੱਡੇ ਆਪਰੇਸ਼ਨ ਹੈ। ਐਟ ਦਾ ਸੇਮ ਟਾਈਮ ਜਿਹੜਾ ਤੁਸੀਂ ਕਿਹਾ ਹੈਗਾ ਉਹ ਬਹੁਤ ਜ਼ਰੂਰੀ ਹੈ, ਕਿਉਂਕਿ ਲੋਕਾਂ ਤੇ ਇੰਪੈਕਟ ਤਾਂ ਹੀ ਹੋਊਗਾ ਜਦੋਂ ਸਾਨੂੰ ਲੱਗੂਗਾ ਕਿ ਸਾਡੇ ਏਰੀਆ 'ਚ
ਜਿਹੜੀ ਡਰੱਗ ਵਿਕ ਰਹੀ ਹੈ ਉਸ ਤੇ ਕੰਟਰੋਲ ਹੋਵੇ। ਸਰ, ਇੱਕ ਸੀਐਮ ਸਾਹਿਬ ਨੇ ਕਿਹਾ ਸੀ ਕਿ 15 ਅਗਸਤ ਤੋਂ ਨਸ਼ੇ ਦੇ ਖਿਲਾਫ ਇੱਕ ਵਿਆਪਕ ਮੁਹਿੰਮ ਸ਼ੁਰੂ ਕੀਤੀ ਜਾਏਗੀ। ਕੀ ਇਹ ਉਸ ਦਾ ਹੀ ਹਿੱਸਾ ਹੈ? ਉਸ ਦਾ ਹੀ ਹਿੱਸਾ ਹੈ ਕਿ ਉਸ ਦੇ ਵਿੱਚ ਕੋਈ ਐਕਸਟਰਾ ਵੀ ਕਰੋਗੇ? ਨੋ ਉਸ ਦਾ ਹੀ ਹਿੱਸਾ ਹੈ। ਜਿਵੇਂ ਮੈਂ ਕਿਹਾ ਮਲਟੀ ਪ੍ਰੋਂਗਡ ਸਟ੍ਰੈਟਜੀ ਹੈ। ਉਹਦੇ ਰਿਜ਼ਲਟ ਤੁਹਾਨੂੰ ਲੱਗਦੇ ਨੇ ਕਿ ਉਸ ਲੈਵਲ ਤੇ ਟਰੈਕ ਕਰੀ ਜਾ ਰਹੀ ਹੈ? ਕੁਝ ਲੋਕ ਜਿਹੜੇ ਦੇਖੋ ਜੀ, ਜਿਵੇਂ ਮੈਂ ਕਿਹਾ ਕਿ ਸ਼ਾਇਦ ਮੈਂ ਜਸਟ ਲੈਟ ਮੀ ਰਿਪਲਾਈ ਟੂ ਹਿਮ। ਮੈਂ ਪਹਿਲੇ ਕਿਤੇ ਕਿਹਾ ਸੀਗਾ ਕਿ 78000 FIR ਹਿੰਦੁਸਤਾਨ 'ਚ ਦਰਜ ਹੁੰਦੀ ਹੈ NDPS ਐਕਟ ਦੀ, ਜਿਸ ਦੇ ਵਿੱਚ 13 ਤੋਂ 14000 ਪੰਜਾਬ ਦੇ ਵਿੱਚ ਦਰਜ ਹੁੰਦੀਆਂ। ਤਕਰੀਬਨ ਪੂਰੇ ਇੰਡੀਆ ਦੀ ਹੈਰੋਇਨ ਰਿਕਵਰੀ ਇਜ਼ ਅਬਾਊਟ 4000 kg ਤੇ 800 ਕਿਲੋ ਅਸੀਂ ਫੜਦੇ ਹਾਂ। ਦੈਟ ਡਸ ਨਾਟ ਮੀਨ, ਮਤਲਬ ਮੈਂ ਸਟੈਟਿਸਟਿਕਸ ਤੋਂ ਇਹ ਨਹੀਂ ਕਹਿ ਸਕਦੇ ਅਸੀਂ ਕਿ ਜੀ ਪੰਜਾਬ 'ਚ ਡਰਗ ਨਹੀਂ ਹੈ। ਦ ਪ੍ਰੋਬਲਮ ਇਜ਼ ਦੇਅਰ। ਸੋ ਇਟ ਇਜ਼ ਅ ਮਲਟੀ ਪ੍ਰੋਂਗਡ ਅਪਰੋਚ। ਬਹੁਤ ਵੱਡੇ ਆਪਰੇਸ਼ਨ ਹੋਏ ਹੈ, ਵੱਡੀਆਂ ਰਿਕਵਰੀਆਂ ਹੋਈਆਂ ਹੈ ਤੇ ਕਟਿੰਗ ਐਜ ਲੈਵਲ ਤੇ ਸਾਨੂੰ ਹੋਰ ਕੰਮ ਕਰਨ ਦੀ ਲੋੜ ਹੈ, ਲੋਕਾਂ ਨੂੰ ਨਾਲ ਲੈ ਕੇ ਚੱਲਣ ਦੀ।